हजूर सच्चे पातशाह बचन कहंदे रूपवंत होए नाही मोह प्रभ की जोत सगल घट सो है। ਹੁਣ ਇਹ ਉਹਦੀਆਂ ਦਾਤਾਂ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਭੁੱਲਦੇ ਹਾਂ। ਅਕਾਲ ਪੁਰਖ ਨੇ ਸੁੰਦਰਤਾ ਦਿੱਤੀ, ਰੂਪ ਬਖਸ਼ ਦਿੱਤਾ, ਨੈਣ ਨਕਸ਼ ਬੜੇ ਸੁੰਦਰ ਦੇ ਦਿੱਤੇ ਤੇ ਮਨੁੱਖ ਆਪਣੇ ਹੀ ਰੂਪ ਨੂੰ ਦੇਖ ਕੇ ਉਹਦੇ ਇੱਕ ਮੋਹ ਵਿੱਚ ਪੈ ਗਿਆ। ਆਪਣੇ ਰੂਪ ਨੂੰ ਮਾਸ ਮਿੱਟੀ ਦੇ ਬਣੇ ਨੈਣ ਨਕਸ਼ ਵਾਰ-ਵਾਰ ਉਹਨਾਂ ਨੂੰ ਸ਼ੀਸ਼ੇ ਵਿੱਚ ਵੇਖੀ ਜਾਂਦਾ ਹੈ। ਆਪਣੀ ਦੇਹ ਨੂੰ ਹੀ ਜੀਵਨ ਸਮਝ ਲੈਂਦਾ ਹੈ, ਆਪਣੀ ਦੇਹ ਦੇ ਦੁਆਲੇ ਸਾਰਾ ਜੀਵਨ ਪਾਉਂਦਾ ਹੈ। ਭਗਤ ਰਵਿਦਾਸ ਜੀ ਇਸ ਦਸ਼ਾ ਦਾ ਇੱਕ ਬਹੁਤ ਸੁੰਦਰ ਸ਼ਬਦ ਉਚਾਰਨ ਕਰਦੇ ਨੇ, ਕਿਉਂਕਿ ਉਹਨਾਂ ਦਾ ਕੰਮ ਸੀ ਜੋੜੇ ਗੰਢਣੇ, ਜੁੱਤੀਆਂ ਗੰਢਣੀਆਂ। ਬੜੇ ਲੋਕ ਉਹਨਾਂ ਕੋਲ ਆਉਂਦੇ ਸਨ, ਲੋਕਾਂ ਦੀਆਂ ਜੁੱਤੀਆਂ ਗੰਢਦੇ ਸਨ। ਤਾਂ ਉਹਨਾਂ ਨੇ ਇਹਦੇ ਉੱਤੇ ਇੱਕ ਸ਼ਬਦ ਉਚਾਰਿਆ। ਕਿਸੇ ਨੇ ਜ਼ਰੂਰ ਕਿਹਾ ਕਿ ਆਪ ਤੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਹੋ, ਨੀਵੀਂ ਕਿਰਤ ਇਹਨੂੰ ਸਮਝਿਆ ਜਾਂਦਾ ਹੈ। ਭਗਤ ਜੀ ਨੇ ਸ਼ਬਦ ਉਚਾਰਿਆ, ਜਵਾਬ ਦਿੱਤਾ, ਕਹਿਣ ਲੱਗੇ ਮੈਂ ਇਕੱਲਾ ਨਹੀਂ, ਇਹ ਸਾਰਾ ਸੰਸਾਰ ਹੀ ਜੁੱਤੀਆਂ ਗੰਢਣ ਦਾ ਕੰਮ ਪਿਆ ਕਰਦਾ ਹੈ। ਕਹਿਣ ਲੱਗੇ ਸਾਰਾ ਸੰਸਾਰ ਕਿਵੇਂ? ਕਹਿੰਦੇ ਮੈਂ ਤੇ ਫਿਰ ਵੀ ਸੁੱਕੇ ਚਮੜੇ ਦੀ ਜੁੱਤੀ ਗੰਢਦਾ। ਜਿਹੜਾ ਚਮੜਾ ਕਿਸੇ ਪਸ਼ੂ ਦਾ ਲਾਹ ਲਿਆ ਜਾਂਦਾ ਹੈ, ਫਿਰ ਉਹਨੂੰ ਧੋਤਾ ਜਾਂਦਾ, ਫਿਰ ਉਹਨੂੰ ਸੁਕਾਇਆ ਜਾਂਦਾ, ਉਹਦੇ ਵਿੱਚੋਂ ਬਦਬੂ ਖਤਮ ਹੋ ਜਾਂਦੀ। ਕਹਿੰਦੇ ਮੈਂ ਤੇ ਸੁੱਕੀਆਂ ਜੁੱਤੀਆਂ ਗੰਢਦਾ, ਸੰਸਾਰ ਦੇ ਲੋਕ ਤੇ ਬਿਲਕੁਲ ਬਦਬੂ ਨਾਲ ਭਰੇ ਹੋਏ ਚਮੜੇ ਨੂੰ ਸਾਰਾ ਦਿਨ ਗੰਢਦੇ ਰਹਿੰਦੇ ਨੇ। ਪੁੱਛਿਆ ਉਹ ਕਿਹੜਾ? ਕਹਿੰਦੇ ਵੇਖੋ ਸੰਸਾਰ ਵੱਲ। ਸਵੇਰੇ ਮਨੁੱਖ ਉੱਠਦਾ ਹੈ ਤੇ ਆਪਣੇ ਸਰੀਰ ਦੀ ਪੂਜਾ ਸ਼ੁਰੂ ਕਰ ਦਿੰਦਾ ਹੈ, ਸਰੀਰ ਦੀ ਸੰਭਾਲ ਸ਼ੁਰੂ ਕਰ ਦਿੰਦਾ ਹੈ। ਇਹਦੇ ਦੁਆਲੇ ਲੋੜ ਤੋਂ ਵੱਧ ਟਾਈਮ ਲਾਉਂਦਾ ਹੈ। ਜਿੰਨੀ ਇਹਦੀ ਜ਼ਰੂਰਤ ਹੈ, ਜਿੰਨੀ ਇਹਦੀ ਸੰਭਾਲ ਕਰਨੀ, ਉਹਦੀ ਹਦਾਇਤ ਕੀਤੀ ਗਈ ਬਾਣੀ ਦੇ ਵਿੱਚ, ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇਹੀ ਕੋ ਪਾਲ। ਉਹਨਾਂ ਇਹਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਇਹ ਦੇਹ ਜਿਹੜੀ ਹੈ, ਜਿਹੜਾ ਸਰੀਰ ਹੈ, ਇੱਕ ਐਸਾ ਯੰਤਰ ਹੈ ਜਿਹਦੇ ਨਾਲ ਅਸੀਂ ਸੰਸਾਰ ਦਾ ਕੰਮ ਵੀ ਕਰਨਾ ਤੇ ਇਹਦੀ ਜ਼ਰੂਰਤ ਹੈ। ਜੇ ਅਸੀਂ ਕਿਤੇ ਪਰਉਪਕਾਰ ਧਰਮ ਦਾ ਵੀ ਕੰਮ ਕਰਨਾ ਤੇ ਦੇਹ ਉੱਥੇ ਵੀ ਚਾਹੀਦੀ ਤੰਦਰੁਸਤ। ਉਹਨਾਂ ਹਿਸਾਬ ਰੱਖਣਾ ਤੇ ਬਹੁਤ ਜ਼ਰੂਰੀ। ਪਰ ਭਗਤ ਜੀ ਕਹਿੰਦੇ ਸਾਰਾ ਦਿਨ ਇਸ ਜੁੱਤੀ ਨੂੰ ਪਾਲਿਸ਼ ਹੀ ਕਰੀ ਜਾਣਾ, ਸਾਰਾ ਦਿਨ ਨੂੰ ਗੰਢੀ ਜਾਣਾ, ਸਰੀਰ ਨੂੰ ਦਿਨ ਰਾਤ ਇਹਦੇ ਦੁਆਲੇ ਘੁੰਮੀ ਜਾਣਾ। ਸੰਸਾਰ ਦਾ 33% ਧਨ, ਦੁਨੀਆ ਦਾ 33%, ਤੀਜਾ ਹਿੱਸਾ ਧਨ ਵਿਅਰਥਤਾ ਵਿੱਚ ਆਦਮੀ ਮੇਕਅਪ ਤੇ ਗਵਾ ਰਿਹਾ ਹੈ। ਸਰੀਰ ਦੀ ਸੁੰਦਰਤਾ ਨੂੰ ਵਧਾਉਣ ਵਾਸਤੇ ਉਹਦੇ ਤੇ ਖਰਚ ਰਿਹਾ ਹੈ, ਜਿਹਦੀ ਕੋਈ ਜ਼ਰੂਰਤ ਨਹੀਂ, ਜੋ ਕੁਦਰਤ ਦੇ ਅਨੁਕੂਲ ਨਹੀਂ ਹੈ। ਤਾਂ ਇਹ ਸਰੀਰ ਨੂੰ ਸਾਧ ਸੰਗਤ ਸਰੀਰ ਦੀ ਪੂਜਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ, ਗੁਰੂ ਸਾਹਿਬ ਕਹਿੰਦੇ ਵੀ ਦੇਹ ਤੋਂ ਉੱਚਾ ਉੱਠ, ਦੇਹਾਂ ਨਾਲ ਨਾ ਜੁੜ। ਬੜੇ ਸੱਜਣ ਕਹਿੰਦੇ ਨੇ, ਸਾਡੇ ਵਿੱਚ ਵੀ ਕਈ ਸੱਜਣ ਕਹਿੰਦੇ ਵੀ ਚਲੋ ਚੰਗੀ ਗੱਲ ਹੈ, ਬਾਣੀ ਨਾਲ ਜੁੜਨਾ ਚਾਹੀਦਾ, ਤਸਵੀਰਾਂ ਨਾਲ ਨਹੀਂ। ਜੇ ਕਿਤੇ ਗੁਰਦੁਆਰੇ ਵਿੱਚ ਗੁਰੂ ਸਾਹਿਬ ਦੀ ਤਸਵੀਰ ਲੱਗੀ ਹੋਵੇ ਤਾਂ ਬੜੀ ਟੇਢੀ ਨਜ਼ਰ ਨਾਲ ਅਸੀਂ ਦੇਖਦੇ ਹਾਂ ਵੀ ਤਸਵੀਰ ਕਿਉਂ? ਭਾਵੇਂ ਕਿ ਉਹ ਯਾਦਗਾਰ ਹੈ, ਪੂਜਾ ਕਰਨ ਵਾਸਤੇ ਨਹੀਂ। ਉੱਥੇ ਕਵਾਂਗੇ ਜੀ ਮਨਮਤ ਹੈ, ਪਰ ਜੇ ਆਪਣਾ ਪਰਸ ਕੱਢ ਕੇ ਵੇਖੀਏ, ਉੱਥੇ ਸਾਡਾ ਗਿਆਨ ਨਹੀਂ ਇਹ ਕੰਮ ਕਰਦਾ। ਸਾਰੇ ਟੱਬਰ ਦੀ ਫੋਟੋ ਪਰਸ ਵਿੱਚ ਲਾਈ ਹੁੰਦੀ ਹੈ, ਬੱਚਿਆਂ ਦੀ, ਪਤਨੀ ਦੀ, ਸਾਰਿਆਂ ਦੀ। ਉੱਥੇ ਸਾਡਾ ਗਿਆਨ ਕੰਮ ਨਹੀਂ ਕਰਦਾ। ਇਹ ਦੇਹ ਦੀ ਹੀ ਪੂਜਾ ਹੈ। ਖਿਆਲ ਰੱਖਣਾ, ਦੇਹ ਦੀ ਪੂਜਾ ਇਕੱਲੀ ਇਹ ਨਹੀਂ ਕਿ ਤੁਸੀਂ ਕਿਸੇ ਦੇਹਧਾਰੀ ਨੂੰ ਪੂਜਦੇ ਹੋ। ਇਹ ਵੀ ਦੇਹ ਦੀ ਪੂਜਾ ਹੈ ਕਿ ਲੋੜ ਤੋਂ ਵੱਧ ਸਰੀਰ ਤੇ ਸਮਾਂ ਲਾਈ ਜਾਣਾ, ਇਹਦੀ ਪਾਲਣਾ ਤੇ। ਇਹ ਵੀ ਇੱਕ ਦੇਹ ਦੀ ਪੂਜਾ ਹੈ। ਪਰਿਵਾਰ ਦੇ ਵਿੱਚ ਦਿਨ ਰਾਤ ਧਿਆਨ ਰੱਖਣਾ, ਇਹ ਵੀ ਸਰੀਰ ਦੀ, ਦੇਹਾਂ ਦੀ ਪੂਜਾ ਹੈ। ਇਹ ਵੀ ਬੁੱਤ ਪੂਜਾ ਹੈ। ਬੁੱਤ ਪੂਜਾ ਖਤਮ ਨਹੀਂ ਹੋਈ ਮਨੁੱਖ ਦੇ ਮਨ ਵਿੱਚੋਂ। ਬੁੱਤ ਪੂਜਾ ਤੋਂ ਸਿਰਫ ਬਚਦਾ ਹੈ ਤੇ ਬ੍ਰਹਮ ਗਿਆਨੀ ਉਹ ਸਰੀਰਾਂ ਤੋਂ ਅੱਗੇ ਚਲਾ ਜਾਂਦਾ। ਨਾ ਉਹ ਆਪਣੇ ਸਰੀਰ ਦੀ ਪੂਜਾ ਕਰਦਾ, ਨਾ ਉਹ ਆਪਣੇ ਪਰਿਵਾਰ ਦੀ, ਨਾ ਸੰਸਾਰ ਦੀ। ਉਹ ਬੁੱਤਾਂ ਤੋਂ ਪਾਰ ਚਲਾ ਜਾਂਦਾ। ਬਾਕੀ ਸਾਰੇ ਲੋਕ ਬੁੱਤ ਪੂਜਕ ਨੇ ਇਸ ਧਰਤੀ ਤੇ। ਕੀ ਹੋਇਆ? ਪੱਥਰ ਦਾ ਦੇਵਤਾ ਨਹੀਂ ਪੂਜਿਆ, ਉਹ ਦੇਵਤਾ ਨਹੀਂ ਪੂਜਿਆ, ਪੱਥਰ ਦੀ ਮੂਰਤੀ ਨਹੀਂ ਪੂਜੀ, ਆ ਮਾਸ ਦੀ ਮੂਰਤੀ ਪੂਜਣੀ ਸ਼ੁਰੂ ਕਰ ਦਿੱਤੀ। ਪੂਜਾ ਦੇ ਅਰਥ ਕੀ ਨੇ? ਯਾਦ ਕਰਨਾ।
ਕਿਸੇ ਚੀਜ਼ ਨੂੰ ਵਾਰ-ਵਾਰ ਯਾਦ ਵਿੱਚ ਲਿਆਉਣਾ। ਤੇ ਜਦੋਂ ਅਸੀਂ ਵਾਰ-ਵਾਰ ਦੇਹਾਂ ਨੂੰ, ਸਰੀਰਾਂ ਨੂੰ ਆਪਣੇ ਧਿਆਨ ਵਿੱਚ ਘੁਮਾਉਂਦੇ ਹਾਂ ਤੇ ਉਹਨਾਂ ਦੀ ਪੂਜਾ ਹੋ ਜਾਂਦੀ ਹੈ, ਅਸੀਂ ਉਹਨਾਂ ਦੇ ਪੁਜਾਰੀ ਹੋ ਜਾਂਦੇ।